ਦੋਸਤੋ ਬੋਲਦੇ ਅੱਖਰ ਦੇ ਵਿਹੜੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਪਿਛਲੇ ਦਿਨੀ ਮੇਰਾ ਇੱਕ ਅਜ਼ੀਜ਼ ਦੋਸਤ ਤੇ ਪੰਜਾਬੀ ਮਾਂ ਬੋਲੀ ਦਾ ਸਪੂਤ ਅਮੀਨ ਮਲਕ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਉਸਦੇ ਜੀਵਨ ਦੀ ਕਿਤਾਬ ਦੇ ਕੁਝ ਪੰਨੇ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਕਿੱਸਾ ਅਮੀਨ ਮਲਿਕ। ਖੁੱਲਾ ਦਿਲ ਤੇ ਖਰੀਆਂ ਗੱਲਾਂ, ਪੜਦੇ ਪੁੜਦੇ ਪਾਉਂਦਾ ਨਹੀਂ ਸੀ। ਯਾਰਾਂ ਦਾ ਸੀ ਯਾਰ ਉਹ, ਨਾਲੇ ਸੱਚ ਕਹਿਣੋਂ ਸ਼ਰਮਾਉਂਦਾ ਨਹੀਂ ਸੀ। ਲੈਸਟਰ ਵਿੱਚ ਅਸਾਂ ਪੰਜਾਬੀ ਅਕੈਡਮੀ ਵੱਲੋਂ ਕਹਾਣੀ ਦਰਬਾਰ ਰੱਖਿਆ। 2005 ਦੀ ਗੱਲ ਹੈ। ਅਮੀਨ ਮਲਿਕ ਨੂੰ ਖਾਸ ਸੱਦਾ ਭੇਜਿਆ ਕਿ ਤੁਸਾਂ ਜ਼ਰੂਰ ਆਉਣਾ ਹੈ। ਮੇਰੀ ਡਿਊਟੀ ਲੱਗੀ ਕਿ ਮਲਿਕ ਸਾਹਿਬ ਨੂੰ ਬੱਸ ਅੱਡੇ ਤੋਂ ਲੈ ਕੇ ਆਉਣਾ ਹੈ। ਇੰਜ ਮੇਰੀ ਪਹਿਲੀ ਮੁਲਾਕਾਤ ਅਮੀਨ ਸਾਹਿਬ ਨਾਲ ਹੋਈ। ਕਾਰ ਵਿੱਚ ਬੈਠਦਿਆਂ ਹੀ ਅਮੀਨ ਸਾਹਿਬ ਨੇ ਖੁੱਲੀਆਂ ਜਿਹੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਤੇ ਮੈਂ ਸੋਚੀ ਪੈ ਗਿਆ, ਇਹ ਬੰਦਾ ਪਤਾ ਨਹੀਂ ਕਿਹੋ ਜਿਹੀ ਕਹਾਣੀ ਪੜ੍ਹੂ। ਮੈਨੂੰ ਉਹ ਕੋਈ ਸਿੱਧਾ ਜਿਹਾ ਅਨਪੜ੍ਹ ਪੇਂਡੂ ਜਾਪਿਆ ਜੋ ਕਿਸੇ ਤਰ੍ਹਾਂ ਇੰਗਲੈਂਡ ਪਹੁੰਚ ਗਿਆ ਸੀ। ਗੱਲਬਾਤ ਵਿੱਚ ਉਸ ਗਲਤੀ ਨਾਲ ਵੀ ਅੰਗਰੇਜ਼ੀ ਦਾ ਕੋਈ ਸ਼ਬਦ ਨਾ ਬੋਲਿਆ। ਮੈਨੂੰ ਤਾਂ ਉਸਦੀ ਗੱਲਬਾਤ ਤੋਂ ਇੰਜ ਜਾਪਿਆ ਜਿਵੇਂ ਹੁਣੇ-ਹੁਣੇ ਜਹਾਜ਼ੋਂ ਉਤਰਿਆ ਹੋਵੇ। ਮੈਂ ਸੋਚਦਾ ਸਾਂ ਕਿ ਜੇ ਕੋਈ ਇੰਗਲੈਂਡ ਰਹਿੰਦਾ ਹੈ ਤਾਂ ਸਾਡੇ ਵਾਂਗ ਭਾਵੇਂ ਲੱਖ ਬਚਾਅ ਕਰੀਏ, ਅੰਗਰੇਜ਼ੀ ਦੇ ਸ਼ਬਦ ਮੂੰਹੋਂ ਨਿਕਲ ਹੀ ਆਉਂਦੇ ਹਨ। ਸਗੋਂ ਹੁਣ ਤਾਂ ਕਈ ਪੰਜਾਬੀ ਦੇ ਸ਼ਬਦ ਵੀ ਸਾਨੂੰ ਵਿਸਰ ਗਏ ਹਨ। ਅੰਗਰੇਜ਼ੀ ਦੇ ਕੁਝ ਸ਼ਬਦਾਂ ਨੇ ਸਾਨੂੰ ਇੰਜ ਜਕੜ ਲਿਆ ਹੈ ਜਿਵੇਂ ਉਹ ਅਸਲ ਵਿੱਚ ਪੰਜਾਬੀ ਦੇ ਸ਼ਬਦ ਹੀ ਹੋਣ। ਕਹਾਣੀ ਦਰਬਾਰ ਸ਼ੁਰੂ ਹੋ ਗਿਆ। 3 ਕਹਾਣੀਕਾਰਾਂ ਨੂੰ ਬੁਲਾਇਆ ਗਿਆ ਸੀ। ਪਹਿਲੇ 2 ਦੂਸਰੇ ਕਹਾਣੀਕਾਰ ਬੋਲੇ ਤੇ ਤੀਸਰਾ ਅਮੀਨ ਸਾਹਿਬ ਦੀ ਵਾਰੀ ਆਈ। ਮੈਨੂੰ ਪੱਕਾ ਯਾਦ ਹੈ, ਮਲਿਕ ਸਾਹਿਬ ਦੀ ਵਾਰੀ ਆਉਣ ਤੱਕ ਸਰੋਤੇ ਕਹਾਣੀਆਂ ਨਾਲ ਵੀ ਤੇ ਉਬਾਸੀਆਂ ਮਾਰ-ਮਾਰ ਕੇ ਵੀ ਥੱਕ ਗਏ ਸਨ। ਮੇਰੇ ਮਨ ਵਿੱਚ ਵਾਰ-ਵਾਰ ਖਿਆਲ ਆਵੇ, ਯਾਰ ਇਹ ਕਹਾਣੀਆਂ ਤਾਂ ਮੇਰੀ ਸਮਝ ਤੋਂ ਬਾਹਰ ਹਨ। ਮੈਂ ਇੰਨਾ ਸਿਆਣਾ ਤਾਂ ਨਹੀਂ, ਪਰ ਆਮ ਲੋਕਾਂ ਵਰਗਾ ਤਾਂ ਹਾਂ ਹੀ। ਮੈਂ ਆਪਣੇ ਆਪ ਨੂੰ ਪੁੱਛਿਆ, ਯਾਰ ਜੇ ਇਹਨਾਂ ਲੇਖਕਾਂ ਦੀਆਂ ਕਹਾਣੀਆਂ ਆਮ ਲੋਕਾਂ ਦੀ ਸਮਝ ਨਹੀਂ ਪੈਂਦੀਆਂ ਤਾਂ ਇਹ ਭਲੇ ਮਾਨਸ ਲਿਖਦੇ ਕਿਸ ਲਈ ਹਨ? ਆਖਰ ਇਹਨਾਂ ਦੇ ਪਾਠਕ ਕੌਣ ਹਨ? ਅਸਲ ਵਿੱਚ ਮੇਰਾ ਆਪਣਾ ਵੀ ਹੁਣ ਇਹ ਹਾਲ ਸੀ ਕਿ ਤੀਜੀ ਕਹਾਣੀ ਸੁਣਨ ਦੀ ਸਿਰਦਰਦੀ ਲੈਣ ਦਾ ਵੀ ਮੂਡ ਨਹੀਂ ਸੀ। ਪਰ ਮਲਿਕ ਸਾਹਿਬ ਨੇ ਕਹਾਣੀ ਸ਼ੁਰੂ ਕੀਤੀ ਤੇ ਸਰੋਤਿਆਂ ਨੇ ਕੰਨ ਚੱਕ ਲਏ। ਪਤਾ ਨਹੀਂ ਸਰੋਤਿਆਂ ਦੀ ਅਚਾਨਕ ਸਾਰੀ ਥਕਾਵਟ ਤੇ ਉਬਾਸੀਆਂ ਕਿੱਧਰ ਤੁਰ ਗਈਆਂ ਤੇ ਹਾਲ ਵਿੱਚ ਇੱਕ ਚੁੱਪ ਪਸਰ ਗਈ। ਹਰ ਕੋਈ ਕਹਾਣੀ ਦਾ ਸਵਾਦ ਲੈ ਰਿਹਾ ਸੀ। ਖੈਰ, ਉਸ ਦਿਨ ਤੋਂ ਅਮੀਨ ਇੰਦਰਜੀਤ ਦਾ ਯਾਰ ਬਣ ਗਿਆ। ਸਗੋਂ ਇੰਜ ਕਹਾਂ ਕਿ ਇਹ ਯਾਰ ਸ਼ਬਦ ਵੀ ਅਮੀਨ ਨੇ ਹੀ ਵਾਰ-ਵਾਰ ਬੋਲ ਕੇ ਮੇਰੇ ਮੂੰਹ ਚੜਾ ਦਿੱਤਾ। ਨਾ ਤਾਂ ਅਮੀਨ ਨੇ ਮੈਨੂੰ ਇਹ ਦੱਸਿਆ ਕਿ ਉਸ ਕੋਲ ਇੰਨੀਆਂ ਡਿਗਰੀਆਂ ਹਨ ਤੇ ਨਾ ਹੀ ਕੋਈ ਹੋਰ ਸ਼ੋਸ਼ਾ ਛੱਡਿਆ, ਪਰ ਫਿਰ ਵੀ ਉਸਦੀ ਸਾਦਗੀ ਨੇ, ਉਸਦੀ ਕਹਾਣੀ ਨੇ ਤੇ ਉਸਦੀਆਂ ਗੱਲਾਂ ਨੇ ਅਜਿਹੀ ਛਾਪ ਛੱਡੀ ਕਿ ਉਸਦੇ ਮੂੰਹੋਂ ਗੱਲਾਂ ਸੁਣਨ ਦਾ ਜਿਵੇਂ ਇਸ਼ਕ ਹੀ ਹੋ ਗਿਆ। ਅਮੀਨ ਨੇ ਅਕਸਰ ਰਾਤ ਨੂੰ 10 ਵਜੇ ਅਚਾਨਕ ਫੋਨ ਕਰ ਦੇਣਾ ਤੇ ਗੱਲਾਂ ਸ਼ੁਰੂ ਕਰ ਦੇਣੀਆਂ। ਮੈਨੂੰ ਕਦੇ ਇਹ ਖਿਆਲ ਹੀ ਨਾ ਆਇਆ ਕਿ ਉਹ ਕਦੇ ਇਸ ਗੱਲ ਦੀ ਮੁਆਫੀ ਵੀ ਨਹੀਂ ਮੰਗਦਾ ਕਿ ਰਾਤ ਨੂੰ ਇੰਨੀ ਦੇਰ ਨਾਲ ਫੋਨ ਕਰ ਰਿਹਾ ਹਾਂ। ਕੀ ਤੂੰ ਗੱਲ ਵੀ ਕਰ ਸਕਦਾ ਕਿ ਨਹੀਂ? ਬਸ ਆਪਣੀ ਗੱਲ ਸ਼ੁਰੂ ਕਰ ਦੇਣੀ। ਜੇ ਉਸਦੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਜ਼ਰੂਰ ਸੋਚਦਾ ਕਿ ਯਾਰ ਇਹ ਉਜੜ ਜਿਹਾ ਬੰਦਾ, ਜ਼ਰਾ ਵੀ ਸਲੀਕਾ ਨਹੀਂ ਇਸਨੂੰ। ਬਈ ਇੰਗਲੈਂਡ ਵਿੱਚ ਤੇ ਲੋਕੀ ਦਿਨੇ ਫੋਨ ਕਰਦੇ ਨੇ ਤਾਂ ਵੀ ਪੁੱਛਦੇ ਨੇ ਕਿ ਕੀ ਤੁਸੀਂ ਗੱਲ ਕਰ ਸਕਦੇ ਹੋ। ਇਹ ਬੰਦਾ ਰਾਤੀ 10 ਵਜੇ ਫੋਨ ਕਰਦਾ ਤੇ ਬਸ ਬੋਲਣਾ ਸ਼ੁਰੂ ਕਰ ਦਿੰਦਾ। ਸਗੋਂ ਜਦੋਂ 10 ਵਜੇ ਫੋਨ ਦੀ ਘੰਟੀ ਵੱਜਿਆ ਕਰਨੀ ਤਾਂ ਚਾਹ ਚੜ ਜਾਣਾ ਕਿ ਮਲਿਕ ਸਾਹਿਬ ਦਾ ਫੋਨ ਆ ਗਿਆ। ਮੈਂ ਕਈ ਵਾਰੀ ਵਹੁਟੀ ਕੋਲ ਬੈਠੇ ਹੋਣਾ ਤੇ ਉੱਠ ਕੇ ਦੂਜੇ ਕਮਰੇ ਵਿੱਚ ਚਲਾ ਜਾਣਾ। ਪਰ ਅਮੀਨ ਸਾਹਿਬ ਦੀਆਂ ਗੱਲਾਂ ਨਾਲ ਜਦੋਂ ਹੱਸਣਾ ਤਾਂ ਵਹੁਟੀ ਨੇ ਆ ਕੇ ਗੁੱਸੇ ਨਾਲ ਕਹਿਣਾ, 11 ਵੱਜਣ ਲੱਗੇ ਨੇ, ਨਾ ਤਾਂ ਤੁਸੀਂ ਆਪ ਸੌਣਾ ਹੈ ਤੇ ਨਾ ਕਿਸੇ ਨੂੰ ਸੌਣ ਦੇਣਾ ਹੈ। ਮੈਂ ਇੱਕਦਮ ਫੋਨ ਅੱਗੇ ਹੱਥ ਰੱਖ ਲੈਣਾ ਕਿ ਮਲਿਕ ਸਾਹਿਬ ਨੂੰ ਕਿਤੇ ਸੁਣ ਨਾ ਜਾਵੇ। ਮੈਂ ਜੇ ਗੱਲਾਂ ਕਰਦਿਆਂ ਉਸਨੂੰ ਅਮੀਨ ਸਾਹਿਬ ਕਹਿਣਾ ਤਾਂ ਉਸ ਅੱਗੋਂ ਕਹਿਣਾ, ਯਾਰ ਇਹ ਸਾਹਿਬ ਨੂੰ ਜ਼ਰਾ ਪਰਾਂ ਰੱਖੇ ਨਾ, ਮੈਂ ਕੋਈ ਗੱਲ ਕਰ ਲਵਾਂ। ਮੈਂ ਅੱਗੋਂ ਕਹਿਣਾ, ਜਨਾਬ ਤੁਹਾਡੀ ਉਮਰ ਦੇ ਹਿਸਾਬ ਨਾਲ ਵੀ ਇੱਜ਼ਤ ਕਰਨੀ ਤੇ ਬਣਦੀ ਹੈ ਨਾ। ਉਸ ਹਮੇਸ਼ਾ ਵਾਂਗ ਮੇਰੀ ਗੱਲ ਨੂੰ ਸੁਣੀ ਅਣਸੁਣੀ ਕਰਕੇ ਆਪਣੀ ਗੱਲਬਾਤ ਜਾਰੀ ਰੱਖਣੀ। ਅਮੀਨ ਨੂੰ ਕਦੇ ਕਿਸੇ ਗੱਲ ਨੇ ਪਰੇਸ਼ਾਨ ਕੀਤਾ ਹੁੰਦਾ
ਕਦੇ ਉਹ ਭਾਵਕ ਹੁੰਦਾ ਤੇ ਕਦੇ ਉਹ ਉਦਾਸ ਹੁੰਦਾ ਤੇ ਕਦੇ ਉਹ ਕਿਸੇ ਨਾਲ ਚਿੜਿਆ ਹੁੰਦਾ। ਉਸਨੇ ਦਿਲ ਦਾ ਗੁਬਾਰ ਕੱਢਣਾ ਹੁੰਦਾ ਤੇ ਮੈਂ ਉਹਦੀਆਂ ਗੱਲਾਂ ਸੁਣਨ ਦਾ ਆਸ਼ਿਕ। ਬਹੁਤ ਕੁਝ ਅਜਿਹਾ ਸੀ ਜੋ ਮੈਂ ਉਸ ਬਾਰੇ ਅਜੇ ਨਹੀਂ ਜਾਣਦਾ ਸੀ। ਕਦੀ ਕਦੀ ਤਾਂ ਮੈਂ ਕੁਝ ਪੁੱਛ ਲੈਣਾ, ਪਰ ਬਹੁਤੀ ਵਾਰੀ ਸਵਾਲ ਕਰਨੇ ਹੀ ਨਾ ਪੈਂਦੇ। ਉਹ ਬੇਬਾਕ ਆਪਣੀਆਂ ਚੰਗੀਆਂ ਮਾੜੀਆਂ ਦੱਸੀ ਜਾਂਦਾ। ਉਹ ਖੁੱਲ੍ਹ ਕੇ ਗੱਲਾਂ ਕਰਦਾ, ਆਪਣੇ ਬਚਪਨ ਦੀਆਂ, ਗਰੀਬੀ ਦੀਆਂ ਤੇ ਆਪਣੇ ਵਿਆਹ ਦੀਆਂ ਵੀ। ਨਾ ਤਾਂ ਉਹ ਆਪਣੇ ਮਾੜੇ ਦਿਨਾਂ ਦੀਆਂ ਗੱਲਾਂ ਦੱਸਦਿਆਂ ਝਕਦਾ ਤੇ ਨਾ ਹੀ ਮੇਰੇ ਹੁੰਗਾਰੇ ਦੀ ਵੀ ਇੰਤਜ਼ਾਰ ਕਰਦਾ। ਉਸਨੂੰ ਹਰ ਗੱਲ ਇੰਜ ਯਾਦ ਸੀ ਜਿਵੇਂ ਕੱਲ ਦੀ ਗੱਲ ਹੋਵੇ। ਗੱਲਾਂ ਦਾ ਅੰਦਾਜ਼ ਇਵੇਂ ਜਿਵੇਂ ਕੋਈ ਕਹਾਣੀ ਸੁਣਾ ਰਿਹਾ ਹੋਵੇ। ਬਸ ਸੀਨ ਅੱਖਾਂ ਮੂਹਰੇ ਘੁੰਮੀ ਜਾਣੇ। ਕਈ ਵਾਰ ਮੈਂ ਸੋਚਣਾ, ਯਾਰ ਇਹ ਇਨਸਾਨ ਅੰਦਰੋਂ ਭਰਿਆ ਪਿਆ ਹੈ। ਅਕਸਰ ਗੱਲ ਕਰਦਿਆਂ ਜਦੋਂ 1 ਘੰਟਾ ਹੋ ਜਾਣਾ ਤਾਂ ਉਸ ਕਹਿਣਾ, ਚੰਗਾ ਮੈਂ ਫੋਨ ਕੱਟ ਕੇ ਫੇਰ ਲਾਉਣਾ, ਨਹੀਂ ਤੇ ਪੈਸੇ ਪੈ ਜਾਣਗੇ, ਨਾਲੇ ਯਾਰ ਬਾਥਰੂਮ ਵੀ ਹੋ ਆਵਾਂ। ਤੇ ਫਿਰ ਦੂਜੇ ਘੰਟੇ ਦਾ ਸਫ਼ਰ ਸ਼ੁਰੂ ਹੋ ਜਾਣਾ। ਉਹਦੇ ਬਚਪਨ ਦੀ ਕਹਾਣੀ ਤਾਂ ਮੰਨਣਯੋਗ ਵੀ ਨਹੀਂ ਸੀ, ਪਰ ਜੇ ਉਸਨੇ ਇੰਨੇ ਔਖੇ ਦਿਨ ਨਾ ਦੇਖੇ ਹੁੰਦੇ ਤਾਂ ਸ਼ਾਇਦ ਸਾਨੂੰ ਇਹ ਅਮੀਨ ਮਲਕ ਨਾ ਮਿਲਦਾ। ਮੈਂ ਇੱਕ ਦਿਨ ਉਸ ਤੋਂ ਕੋਈ ਸਵਾਲ ਪੁੱਛ ਬੈਠਾ ਤਾਂ ਕਹਿਣ ਲੱਗਾ, ਯਾਰ ਜਿਹੜੇ ਬੱਚੇ ਨੇ ਦਰ ਦਰ ਮੰਗ ਕੇ ਢਿੱਡ ਦੀ ਅੱਗ ਨੂੰ ਠਾਰਿਆ ਹੋਵੇ, ਦੱਸ ਉਹ ਹੋਰ ਕਿਵੇਂ ਦਾ ਹੁੰਦਾ। ਫਿਰ ਉਸ ਆਪਣੀ ਬਚਪਨ ਦੀ ਕਹਾਣੀ ਦੇ ਪੱਤਰੇ ਪੜ੍ਹਨੇ ਸ਼ੁਰੂ ਕਰ ਦਿੱਤੇ। ਉਹ ਕਹਾਣੀ ਕਦੇ ਨਾ ਮੁੱਕੀ। ਕਿੰਨੀ ਵਾਰੀ ਅਮੀਨ ਨੇ ਬਿੱਲ ਤੋਂ ਬਚਣ ਲਈ ਫੋਨ ਦੁਬਾਰਾ ਮਿਲਾਇਆ, ਇਹ ਤਾਂ ਮੈਨੂੰ ਵੀ ਯਾਦ ਨਹੀਂ, ਪਰ ਉਸ ਦੀਆਂ ਗੱਲਾਂ ਨੇ ਸਾਨੂੰ ਰਵਾਇਆ ਵੀ ਤੇ ਹਸਾਇਆ ਵੀ ਬਹੁਤ। ਚੌਧਰੀ ਦੀਨ ਮੁਹੰਮਦ ਤੇ ਮਾਂ ਫਾਤਮਾ ਦੇ 7 ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਅਮੀਨ ਦਾ ਜਨਮ 1942 ਵਿੱਚ ਹੋਇਆ ਸੀ। ਉਸਦੀ ਕੋਈ ਭੈਣ ਨਹੀਂ ਸੀ, ਪਰ ਸਾਰੀ ਹਯਾਤੀ ਉਹ ਕਈ ਭੈਣਾਂ ਦਾ ਭਰਾ ਬਣਿਆ ਰਿਹਾ। ਕਈ ਕੁੜੀਆਂ ਨਾਲ ਉਸਦਾ ਕੀ ਰਿਸ਼ਤਾ ਸੀ ਇਹ ਉਹਨੂੰ ਵੀ ਨਹੀਂ ਸੀ ਪਤਾ। ਉਹਦੀ ਆਪਣੀ ਸੁਆਣੀ ਰਾਣੀ ਮਲਕ ਨਾਲ ਉਹਦੇ ਇਸ਼ਕ ਤੇ ਵਿਆਹ ਦੀ ਗਾਥਾ ਵੀ ਹੀਰ ਰਾਂਝੇ ਦੇ ਇਸ਼ਕ ਜਿਹੀ ਹੈ। ਸ਼ਾਇਦ ਇਹ ਗੱਲ 1963 ਦੀ ਸੀ, ਜਦੋਂ ਅਮੀਨ ਦਾ ਬਾਪ ਬਿਮਾਰ ਹੋ ਗਿਆ ਤੇ 5-7 ਮੁਟਿਆਰਾਂ, ਕੁਝ ਰਿਸ਼ਤੇਦਾਰੀ ਵਿੱਚੋਂ ਤੇ ਇੱਕ ਅਮੀਨ ਦੀ ਭਤੀਜੀ ਇਫਤੀ ਦੀ ਸਕੂਲ ਦੀ ਸਹੇਲੀ, ਉਸਦੀ ਖਬਰਸਾਰ ਲੈਣ ਲਈ ਆਈਆਂ। ਉਹਨਾਂ ਸਾਰੀਆਂ ਵਿੱਚੋਂ ਇਫਤੀ ਦੀ ਇਹ ਸਹੇਲੀ ਵਾਹਵਾ ਸੋਹਣੀ ਤੇ ਸ਼ੌਕੀਨ ਨੱਢੀ ਜਦੋਂ ਸੱਜੀ ਪੁੱਜੀ ਤੇ ਉੱਪਰ ਚਾਦਰ ਮਾਰੀ ਕਮਰੇ ਵਿੱਚ ਦਾਖਲ ਹੋਈ ਤਾਂ ਨੌਜਵਾਨ ਅਮੀਨ ਦੀਆਂ ਅੱਖੀਆਂ ਨੂੰ ਡਾਢੀ ਭਾ ਗਈ। ਉਹ ਆਈ ਵੀ ਤੇ ਚਲੀ ਵੀ ਗਈ, ਪਰ ਅਮੀਨ ਦੇ ਮਨ ਦਾ ਚੈਨ ਨਾਲ ਹੀ ਲੈ ਗਈ। 2 ਦਿਨ ਲੰਘ ਗਏ। ਅਮੀਨ ਕੰਧਾਂ ਵਿੱਚ ਟੱਕਰਾਂ ਮਾਰਦਾ ਫਿਰੇ, ਇਹ ਜਾਣਨ ਲਈ ਕਿ ਉਹ ਕੌਣ ਸੀ। ਪਤਾ ਨਹੀਂ ਅਮੀਨ ਦੀ ਰੂਹ ਕਿੱਥੇ ਜਾ ਜੁੜੀ ਤੇ ਉਹ ਗਾਉਣ ਲੱਗਿਆ, ਲਿਖੇ ਇਹ ਜਵਾਬ ਰੰਝੇਟੜੇ ਨੇ, ਜਦੋਂ ਜੀਓ ਵਿੱਚ ਉਸ ਤੇ ਸ਼ੋਰ ਪਏ। ਉਸੇ ਰੋਜ਼ ਤੇ ਅਸੀਂ ਫਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਪਏ। ਚਾਚੇ ਨੂੰ ਉਦਾਸੀ ਦੇ ਆਲਮ 'ਚ ਗਰਕਿਆ ਤੱਕ ਜਾਂ ਮਜ਼ਾਕ ਵਿੱਚ ਇਫਤੀ ਨੇ ਪੁੱਛ ਲਿਆ, ਚਾਚਾ ਬੜਾ ਉਦਾਸ ਲੱਗਦਾ ਹੈ। ਚਾਚੇ ਦੀ ਜਿਵੇਂ ਲਾਟਰੀ ਨਿਕਲ ਆਈ। ਉਹ ਤੇ ਪਹਿਲਾਂ ਹੀ ਇਫਤੀ ਨਾਲ ਗੱਲ ਕਰਨ ਦਾ ਮੌਕਾ ਲੱਭਦਾ ਸੀ। ਚਾਚੇ ਨੇ ਝੱਟ-ਪੱਟ ਗਲਾ ਸਾਫ਼ ਕੀਤਾ ਤੇ ਆਪਣੀ ਭਤੀਜੀ ਨੂੰ ਗੱਲ ਛੇੜੀ। ਕੁੜੀਆਂ ਬਾਰੇ ਪੁੱਛਦੇ ਪੁੱਛਦੇ ਅਖੀਰ ਉਸ ਕੁੜੀ ਬਾਰੇ ਵੀ ਪੁੱਛਿਆ। ਭਤੀਜੀ ਨੇ ਭਾਂਪ ਲਿਆ, ਚਾਚਾ ਕੀ ਆਂਦਾ ਹੈ? ਉਹ ਕਹਿਣ ਲੱਗੀ, ਚਾਚਾ ਤੂੰ ਰਾਣੀ ਦੀ ਗੱਲ ਕਰਦਾ ਹੈ, ਉਸ ਕੁੜੀ ਤੋਂ ਦੂਰ ਹੀ ਰਹੀ। ਉਹ ਕੱਚੀਆਂ ਗੋਲੀਆਂ ਨਹੀਂ ਖੇਡੀ। ਰਾਣੀ ਤਾਂ ਕਿਸੇ ਨੂੰ ਆਪਣੇ ਨਾਲ ਗੱਲ ਵੀ ਨਹੀਂ ਕਰਨ ਦਿੰਦੀ ਤੇ ਤੂੰ ਸੋਚਦਾ ਉਸ ਨਾਲ ਅੱਖ ਮਟੱਕਾ ਕਰਨ ਦੀਆਂ। ਚਾਚਾ ਉਹ ਇਹਨਾਂ ਚੱਕਰਾਂ ਤੋਂ ਬਹੁਤ ਪਰੇ ਹੈ। ਅਮੀਨ ਸੋਚੀ ਪੈ ਗਿਆ। ਇਫਤੀ ਚਾਚੇ ਨੂੰ ਡਰਾ ਕੇ ਸੋਚਣ ਲੱਗੀ, ਸ਼ਾਇਦ ਇੰਜ ਚਾਚਾ ਉਸਦਾ ਖਿਆਲ ਛੱਡ ਦੇਵੇਗਾ। ਅਮੀਨ ਤੇ ਤਾਂ ਇਫਤੀ ਦੀਆਂ ਨਸੀਹਤਾਂ ਦਾ ਉਲਟਾ ਅਸਰ ਹੋਇਆ। ਅਮੀਨ ਸੋਚਣ ਲੱਗਾ, ਬਈ ਕੁੜੀ ਤਾਂ ਸ਼ਰੀਫ ਹੈ, ਕਿਸੇ ਐਰੇ ਗਹਿਰੇ ਨਾਲ ਗੱਲ ਵੀ ਨਹੀਂ ਕਰਦੀ। ਹੁਣ ਅਮੀਨ ਨੂੰ ਰਾਣੀ ਦੀ ਯਾਦ ਸਤਾਉਣ ਲੱਗੀ। ਉਸ ਇਫਤੀ ਨੂੰ ਗੱਲ ਕਰਨੀ ਠੀਕ ਨਾ ਸਮਝੀ ਤੇ ਬਿਮਾਰ ਹੋਣ ਦਾ ਪੱਜ ਪਾ ਲਿਆ। ਅਮੀਨ ਦੀ ਰੱਬ ਨੇ ਸੁਣ ਲਈ। ਰਾਣੀ ਉਸ ਦੀ ਖਬਰਸਾਰ ਲੈਣ ਲਈ ਆਈ। ਉਹ ਅਮੀਨ ਨੂੰ ਇਫਤੀ ਵਾਂਗ ਹੀ ਚਾਚਾ ਚਾਚਾ ਕਰਕੇ ਗੱਲ ਕਰਦੀ। ਹਾਲ ਚਾਲ ਪੁੱਛ ਰਾਣੀ ਮੁੜ ਗਈ। ਹੁਣ ਚਾਚੇ ਤੋਂ 4 ਦਿਨ ਵੀ ਸਬਰ ਨਾ ਹੋਵੇ। ਚਾਚਾ ਜੀ ਤਾਂ ਨਿੱਤ ਬਿਮਾਰ ਹੋਣ ਲੱਗੇ ਤੇ ਉਹ ਕੁੜੀ ਚਾਚੇ ਦੀ ਤੀਮਾਰਦਾਰੀ ਲਈ ਫਿਰ ਆ ਜਾਇਆ ਕਰੇ ਤੇ ਚਾਚਾ ਚਾਚਾ ਕਰਦੀ ਫਿਰੇ। ਇੱਕ ਦਿਨ ਅਮੀਨ ਨੇ ਕਿਹਾ, ਰਾਣੀ ਤੂੰ ਮੈਨੂੰ ਚਾਚਾ ਨਾ ਕਿਹਾ ਕਰ, ਤੂੰ ਮੈਨੂੰ ਚੰਗੀ ਲੱਗਣੀ ਹੈ। ਰਾਣੀ ਕਹਿਣ ਲੱਗੀ, ਕਹਿਣਾ ਤਾਂ ਮੈਂ ਚਾਚਾ ਹੀ ਏ,
ਪਰ ਉਂਝ ਤਾੜ ਉਹ ਵੀ ਗਈ ਸੀ ਕਿ ਚਾਚੇ ਨੂੰ ਬਿਮਾਰੀ ਕੀ ਹੈ। ਆਖਰ ਰਾਣੀ ਵੀ ਜਵਾਨ ਸੀ, ਮੂੰਹੋਂ ਕੁਝ ਵੀ ਬੋਲੇ ਪਰ ਦਿਲ ਤੇ ਕੁਝ ਹੋਰ ਹੀ ਕਹੀ ਜਾਂਦਾ ਸੀ। ਫਿਰ ਅਮੀਨ ਦੇ ਟੱਬਰ ਵਿੱਚ ਕੁਝ ਇਹੋ ਜਿਹਾ ਵਾਪਰਿਆ ਕਿ ਉਹ ਥੋੜਾ ਦੂਰ ਚਲੇ ਗਏ, ਪਰ ਅਮੀਨ ਨੇ ਰਾਣੀ ਦੇ ਛੋਟੇ ਭਰਾ ਜਹਾਂਗੀਰ ਆਲਮ ਨਾਲ ਯਾਰੀ ਗੰਢ ਲਈ, ਪਰ ਹੁਣ ਉਹਨਾਂ ਦਾ ਮੇਲ ਜੋਲ ਰੁਕ ਗਿਆ। ਅਖੀਰ ਅਮੀਨ ਦਾ ਦਿਲ ਜਦੋਂ ਰਾਣੀ ਲਈ ਡਾਢਾ ਉਤਾਵਲਾ ਹੋਇਆ ਤਾਂ ਉਸ ਜਹਾਂਗੀਰ ਨੂੰ ਇੱਕ ਖੱਤ ਲਿਖਿਆ। ਜਦ ਉਸ ਦਾ ਕੋਈ ਜਵਾਬ ਨਾ ਆਇਆ ਤਾਂ ਉਸ ਕਈ ਹੋਰ ਖੱਤ ਲਿਖੇ, ਪਰ ਕਿਸੇ ਵੀ ਖੱਤ ਦਾ ਕੋਈ ਜਵਾਬ ਨਾ ਆਇਆ ਤੇ ਅਮੀਨ ਰਾਣੀ ਦੇ ਪਿਆਰ ਵਿੱਚ ਗਰਕਿਆ ਰੱਬ ਨੂੰ ਅਰਜ਼ੋਈਆਂ ਕਰਨ ਲੱਗ ਪਿਆ। ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏ, ਘੁੱਟ ਵੱਟ ਕੇ ਦੁੱਖੜਾ ਪੀਵਣਾ ਏ, ਮੇਰੇ ਸਬਰ ਦੀ ਦਾਤ 'ਚ ਰੱਬ ਦਿੱਤੀ, ਖੇੜੀ ਹੀਰ ਸਿਆਲ ਨਾ ਜੀਵਣਾ ਏ। ਅਸਲ ਵਿੱਚ ਹੋਇਆ ਇੰਜ ਕਿ ਰਾਣੀ ਦਾ ਭਰਾ ਜਹਾਂਗੀਰ ਆਲਮ ਇੰਗਲੈਂਡ ਚਲਾ ਗਿਆ ਸੀ। ਆਖਿਰ ਰੱਬ ਨੇ ਅਮੀਨ ਦੀ ਹਾਰ ਪਾਰਿਆ ਸੁਣ ਲਈ। ਵਰ੍ਹਿਆਂ ਬਾਅਦ ਉਹ ਫਿਰ ਜਦੋਂ ਪਾਕਿਸਤਾਨ ਆਇਆ ਤਾਂ ਉਸ ਆਪਣੀ ਅੰਮੀ ਨੂੰ ਪੁੱਛਿਆ ਕਿ ਇੱਕ ਚਾਚਾ ਜੀ ਹੁੰਦੇ ਸਨ ਅਮੀਨ ਕਰਕੇ, ਕਿੱਥੇ ਰਹਿੰਦੇ ਨੇ ਭਲਾ ਅੱਜ ਕੱਲ। ਉਸ ਦੀ ਅੰਮੀ ਕਹਿਣ ਲੱਗੀ, ਹਾਂ ਉਹ ਈਦ ਦਾ ਉਜੜਿਆ ਜਿਹਾ ਕਾਰਡ ਹਰ ਵਰੇ ਭੇਜਦਾ, ਉੱਥੇ ਪਰੇ ਪਏ ਨਹੀਂ ਉਹਦੇ ਕਾਰਡ, ਦੇਖ ਲੈ ਜੇ ਵਿੱਚ ਕੋਈ ਪਤਾ ਲਿਖਿਆ ਸੂ। ਇੰਜ ਅਮੀਨ ਦਾ ਟੁੱਟਿਆ ਹੋਇਆ ਰਾਬਤਾ ਫਿਰ ਜੁੜ ਗਿਆ ਤੇ ਰਾਣੀ ਦਾ ਭਰਾ ਚਾਚੇ ਨੂੰ ਮਿਲਣ ਰਾਵਲਪਿੰਡੀ ਆ ਪਹੁੰਚਿਆ। ਚਾਚੇ ਅਮੀਨ ਨੂੰ ਤਾਂ ਹੁਣ ਕੋਠੀ ਛੋਟੀ ਵੀ ਮਿਲੀ ਹੋਈ ਸੀ, ਨੌਕਰ ਵੀ ਮਿਲਿਆ ਹੋਇਆ ਸੀ। ਉਹ ਹੁਣ ਚੌਧਰੀ ਦਾ ਪੁੱਤ ਸੀ ਤੇ ਉਸ ਦੀ ਅੰਮੀ ਵੀ ਉੱਥੇ ਆ ਗਈ ਸੀ। ਉਸ ਦੀ ਅੰਮੀ ਨੇ ਅਮੀਨ ਦੀ ਆਪਾ ਨੂੰ ਵੀ ਉੱਥੇ ਹੀ ਬੁਲਾ ਲਿਆ ਹੋਇਆ ਸੀ। ਰਾਣੀ ਦੇ ਭਰਾ ਨੇ ਉਹਦੀ ਸ਼ਾਨੋ ਸ਼ੌਕਤ ਦੇਖੀ ਤੇ ਨੌਕਰ, ਜਿਸ ਨੂੰ ਜ਼ਮਾਨ ਕਹਿੰਦੇ ਸਨ, ਨਾਲ ਗੱਲਾਂ ਕਰਦਿਆਂ ਪਤਾ ਚੱਲਿਆ ਬਈ ਸਾਹਿਬ ਅਜੇ ਵਿਆਹਿਆ ਨਹੀਂ। ਉਸ ਜ਼ਮਾਨ ਨੂੰ ਪੁੱਛਿਆ, ਬਈ ਤੇਰਾ ਸਾਹਿਬ ਵਿਆਹਿਆ ਕਿਉਂ ਨਹੀਂ? ਜ਼ਮਾਨ ਕਹਿਣ ਲੱਗਾ, ਮੈਨੂੰ ਜਾਪਦਾ ਸਾਹਿਬ ਥੋੜਾ ਕਮਲਾ ਹੈ, ਸਾਰਾ ਦਿਨ ਕੰਮ ਕਰਦਾ ਤੇ ਸ਼ਾਮੀ ਘਰ ਆ ਕੇ ਕਿਸੇ ਨੱਢੀ ਦੀ ਫੋਟੋ ਵਾਹਣ ਲੱਗ ਪੈਂਦਾ। ਉਸ ਅੱਗੋਂ ਪੁੱਛਿਆ, ਦਿਖਾ ਤੇ ਸਹੀ ਵੀ ਤੇਰਾ ਸਾਹਿਬ ਕਿਸ ਨੱਢੀ ਦਾ ਚਿੱਤਰ ਵਾਹੁੰਦਾ ਰਹਿੰਦਾ ਹੈ। ਜਦੋਂ ਉਸ ਫੋਟੋ ਦੇਖੀ ਤਾਂ ਇੱਕਦਮ ਪਛਾਣ ਗਿਆ ਕਿ ਇਹ ਤਾਂ ਰਾਣੀ ਦੀ ਫੋਟੋ ਹੈ। ਅਸਲ ਵਿੱਚ ਅਮੀਨ ਕੋਲ ਰਾਣੀ ਦੀ ਇੱਕ ਕੈਮਰੇ ਦੀ ਖਿੱਚੀ ਹੋਈ ਫੋਟੋ ਸੀ, ਜਿਸ ਦੀ ਨਕਲ ਉਹ ਹਰ ਵੇਲੇ ਉਤਾਰਦਾ ਰਹਿੰਦਾ ਸੀ। ਜਦੋਂ ਅਮੀਨ ਕੰਮ ਤੋਂ ਘਰ ਆਇਆ ਤਾਂ ਜਹਾਂਗੀਰ ਨੇ ਉਹ ਫੋਟੋ ਦਿਖਾ ਕੇ ਪੁੱਛਿਆ, ਓਏ ਇਹ ਕੀ ਮਾਜਰਾ ਹੈ? ਤਾਂ ਅਮੀਨ ਨੇ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਉਹਨੂੰ ਬਹੁਤ ਚਾਹੁੰਦਾ। ਉਸ ਅੱਗੋਂ ਪੁੱਛਿਆ, ਕੀ ਰਾਣੀ ਵੀ ਤੈਨੂੰ ਚਾਹੁੰਦੀ ਹੈ? ਅਮੀਨ ਉਦਾਸੀ ਦੇ ਆਲਮ ਵਿੱਚ ਡੁੱਬਾ ਬੋਲਿਆ, ਉਹ ਯਾਰ ਉਸ ਵਿਚਾਰੀ ਨੂੰ ਤੇ ਸ਼ਾਇਦ ਮੇਰਾ ਚਿੱਤ ਚੇਤਾ ਵੀ ਨਾ ਹੋਵੇ। ਜਹਾਂਗੀਰ ਸੋਚੀ ਪੈ ਗਿਆ। ਅਮੀਨ ਅੰਦਰੋਂ ਡਰ ਗਿਆ, ਪਰ ਹੌਸਲਾ ਕਰਕੇ ਕਹਿਣ ਲੱਗਾ, ਯਾਰ ਕੁਝ ਕਰ, ਮੈਂ ਉਸ ਨੂੰ ਵਿਆਹਣਾ ਚਾਹਨਾ। ਜਹਾਂਗੀਰ ਬੜਾ ਪਰੇਸ਼ਾਨ। ਉਹ ਸ਼ਾਇਦ ਸੋਚ ਰਿਹਾ ਸੀ, ਇਹ ਅਜੀਬ ਬੰਦਾ ਹੈ, ਰਾਣੀ ਨੂੰ ਤੇ ਪਤਾ ਵੀ ਨਹੀਂ ਤੇ ਇਹ ਇੱਥੇ ਕਮਲਾ ਹੋਇਆ ਫਿਰਦਾ ਹੈ। ਖੈਰ, ਉਸ ਕਿਹਾ, ਤੂੰ ਫਿਕਰ ਨਾ ਕਰ, ਮੈਂ ਅੰਮੀ ਨੂੰ ਗੱਲ ਕਰਾਂਗਾ, ਤੁਸੀਂ ਰਿਸ਼ਤਾ ਮੰਗਣ ਘਰ ਆ ਜਾਇਓ। ਉਹਨਾਂ ਦਿਨਾਂ ਵਿੱਚ ਲੋਕ ਕੋਠਿਆਂ ਤੇ ਮੰਜੇ ਡਾਹੁੰਦੇ ਤੇ ਸਾਰਾ ਪਰਿਵਾਰ ਉੱਥੇ ਹੀ ਰਾਤਾਂ ਨੂੰ ਪਿਆ ਹੁੰਦਾ। ਜਹਾਂਗੀਰ ਨੇ ਰਾਤ ਨੂੰ ਅੰਮੀ ਨੂੰ ਗੱਲ ਛੱਡੀ ਕਿ ਚਾਚਾ ਅਮੀਨ ਤੇ ਰਾਣੀ ਨੂੰ ਬਹੁਤ ਪਿਆਰ ਕਰਦਾ ਹੈ। ਰਾਣੀ ਨੇੜੇ ਹੀ ਦੂਜੇ ਮੰਜੇ ਤੇ ਪਈ ਸੀ ਤੇ ਅਜੇ ਜਾਗਦੀ ਸੀ। ਉਸ ਸੁਣ ਲਿਆ ਤੇ ਘੇਸ ਮਾਰੀ ਰੱਖੀ। ਜਹਾਂਗੀਰ ਨੇ ਨਾਲ ਹੀ ਅੰਮੀ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਤਾਂ ਚਾਚੇ ਨੂੰ ਕਿਹਾ ਆਇਆ ਕਿ ਤੁਸੀਂ ਘਰ ਆਇਓ। ਚਾਚਾ ਅਮੀਨ ਤਾਂ ਭਤੀਜ ਨਾਲੋਂ ਵੀ ਕਾਹਲਾ ਸੀ, ਉਹ ਮਗਰੇ ਮਗਰੇ ਹੀ ਤੁਰਿਆ ਆਇਆ। ਹੁਣ ਰਾਣੀ ਨੂੰ ਭਾਵੇਂ ਕਿਸੇ ਕੁਝ ਨਾ ਦੱਸਿਆ, ਪਰ ਉਹਨੂੰ ਪਤਾ ਸੀ ਕਿ ਮਾਜਰਾ ਕੀ ਹੈ। ਉਹ ਤਾਂ ਸਾਹਮਣੇ ਹੀ ਨਾ ਆਈ, ਪਰ ਅਮੀਨ ਦੀ ਗੱਲ ਬਣੀ ਨਾ। ਰਾਣੀ ਦੀ ਅੰਮੀ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ। ਉਸ ਤੋਂ ਮਗਰੋਂ ਕਿੰਨੀ ਵਾਰੀ ਅਮੀਨ ਵੀ ਤੇ ਉਸਦੇ ਭਰਾ ਵੀ ਮਿੰਨਤਾਂ ਤਰਲੇ ਕਰਨ ਤੇ ਮੁੜ-ਮੁੜ ਰਿਸ਼ਤਾ ਮੰਗਣ ਆਏ, ਪਰ ਰਾਣੀ ਦੀ ਅੰਮੀ ਨੇ ਕੁਝ ਹੱਥ ਪੱਲੇ ਨਾ ਫੜਾਇਆ। ਉਹਨਾਂ ਇਹ ਕਹਿ ਕੇ ਰਿਸ਼ਤਾ ਮੋੜ ਦੇਣਾ ਕਿ ਅਸੀਂ ਗੈਰ ਬਰਾਦਰੀ ਵਿੱਚ ਰਿਸ਼ਤਾ ਨਹੀਂ ਕਰਨਾ। ਅਸਲ ਵਿੱਚ ਰਾਣੀ ਦਾ ਵੱਡਾ ਭਰਾ ਰਾਣਾ ਸਗੀਰ ਇਸ ਰਿਸ਼ਤੇ ਦੇ ਬਹੁਤ ਖਿਲਾਫ ਸੀ। ਛੋਟਾ ਜਹਾਂਗੀਰ ਤੇ ਅਮੀਨ ਦਾ ਆੜੀ ਸੀ, ਉਹ ਤੇ ਰਾਜ਼ੀ ਸੀ, ਪਰ ਉਹਦੀ ਕੋਈ ਪੇਸ਼ ਹੀ ਨਾ ਚੱਲੀ। ਅਮੀਨ ਦੀ ਅੰਮੀ ਨੇ ਤੇ ਉਸਦੇ ਭਰਾਵਾਂ ਨੇ ਨਿੱਤ ਪਾਕਿਸਤਾਨ ਰਹਿੰਦੇ ਰਾਣੀ ਦੇ ਭਰਾ ਵੱਲ ਗੇੜੇ ਮਾਰਨੇ, ਸੰਤਰੇ ਮਾਲਟੇ ਲੈ ਕੇ ਜਾਣਾ ਤੇ ਉਹਨਾਂ ਅੱਗੋਂ ਬਾਹਰ ਵਗਾਹ ਮਾਰਨੇ ਤੇ ਆਖਣਾ, ਉਹ ਮਾਈ ਭੱਜ ਜਾ ਇੱਥੋਂ, ਅਸਾਂ ਨਹੀਂ ਉਹ ਦੇਣਾ ਇਹ ਰਿਸ਼ਤਾ। ਅਮੀਨ ਦੀ ਅੰਮੀ ਨੂੰ ਟਿਕਾ ਕਿੱਥੇ। ਉਸ ਤੋਂ ਅਮੀਨ ਦਾ ਉਤਰਿਆ ਚਿਹਰਾ ਦੇਖਿਆ ਨਾ ਜਾਂਦਾ। ਪੁੱਤਰ ਮੋਹ ਚ ਡੁੱਬੀ ਮੁੜ ਮੁੜ ਬੇਇੱਜ਼ਤੀ ਕਰਾਉਣ ਆਉਂਦੀ ਤੇ ਖਾਲੀ ਹੱਥ ਮੁੜ ਜਾਂਦੀ।
ਅਮੀਨ ਨੂੰ ਤੇ ਇਹ ਪਤਾ ਹੀ ਨਾ ਲੱਗਾ ਕਿ ਅੱਲਾ ਨੇ ਉਸ ਨੂੰ ਹੋਰ ਵੀ ਰਾਣੀ ਤੋਂ ਦੂਰ ਕਰ ਦਿੱਤਾ। ਰਾਣੀ ਆਪਣੇ ਪਰਿਵਾਰ ਨਾਲ ਇੰਗਲੈਂਡ ਪੁੱਜ ਗਈ ਤੇ ਅਮੀਨ ਵਿਚਾਰਾ ਇਕੱਲਾ ਟੱਕਰਾਂ ਮਾਰਨ ਲਈ ਪਾਕਿਸਤਾਨ 'ਚ ਰਹਿ ਗਿਆ। ਅਮੀਨ ਨੇ ਰਾਣੀ ਦੇ ਭਰਾ ਜਹਾਂਗੀਰ ਨੂੰ ਕਈ ਖਤ ਲਿਖੇ, ਪਰ ਕਿਸੇ ਖਤ ਦਾ ਕੋਈ ਜਵਾਬ ਨਾ ਮੁੜਿਆ। ਜਵਾਬ ਕੌਣ ਦਿੰਦਾ? ਜਿਸ ਜਹਾਂਗੀਰ ਆਲਮ ਨੂੰ ਅਮੀਨ ਖਤ ਲਿਖਦਾ ਸੀ, ਉਹ ਤੇ ਇੰਗਲੈਂਡ ਤੁਰ ਗਿਆ ਸੀ। ਭਰੇ ਹੋਏ ਗੱਚ ਨਾਲ ਅਮੀਨ ਮੈਨੂੰ ਕਹਿਣ ਲੱਗਿਆ, ਯਾਰ ਉਹ ਦਿਨ ਯਾਦ ਕਰਦਾ ਤੇ ਲੱਗਦਾ ਸ਼ਾਇਦ ਪਿਛਲੇ ਜਨਮ ਵਿੱਚ ਮੈਂ ਰਾਂਝਾ ਸਾਂ। ਉਸ ਜਨਮ 'ਚ ਮੈਂ ਹੀ ਹੀਰ ਲਈ 14 ਸਾਲ ਮੱਝੀਆਂ ਚਰਾਈਆਂ ਤੇ ਇਸ ਜਨਮ 'ਚ ਫੇਰ ਹੁਣ 13 ਸਾਲ ਹੀਰ ਦਾ ਰਾਹ ਤੱਕਿਆ। ਯਾਰ ਉੱਠਦੇ ਬਹਿੰਦੇ ਮੇਰੇ ਕੰਨਾਂ 'ਚ ਇਹ ਗੀਤ ਵੱਜਦਾ ਰਹਿੰਦਾ ਸੀ, ਰਾਂਝੇ ਮੱਝੀਆਂ ਚਰਾਈਆਂ ਨਫਾ ਕਿਸ ਖੱਟਿਆ, ਹੀਰ ਲੈ ਗਏ ਨਿਖੇੜੇ ਰਾਂਝਾ ਫਿਰੇ ਵੱਟਿਆ। ਫਿਰ ਅਮੀਨ ਦੀ ਆਵਾਜ਼ ਮਸਾਂ ਹੀ ਨਿਕਲੀ, ਕਹਿਣ ਲੱਗਿਆ, ਯਾਰ ਇੱਕ ਵਾਰ ਤੇ ਵਿਆਹ ਹੋਣ ਦੀ ਤਿਆਰੀ ਵੀ ਹੋਣ ਲੱਗੀ ਸੀ, ਪਰ ਰਾਣੀ ਦੇ ਵੱਡੇ ਭਰਾ ਨੇ ਫਿਰ ਪੰਗਾ ਖੜਾ ਕਰ ਲਿਆ ਤੇ ਸਭ ਵਿੱਚੇ ਹੀ ਰਹਿ ਗਿਆ। ਪਰ ਇੱਕ ਗੱਲ ਮੈਨੂੰ ਆਸ ਦੇ ਗਈ ਕਿ ਸ਼ਾਇਦ ਗੱਲ ਬਣ ਜਾਏਗੀ। ਜਹਾਂਗੀਰ ਕੋਲੋਂ ਜਦੋਂ ਰਾਣੀ ਨੇ ਮੇਰੀਆਂ ਸਿਫਤਾਂ ਸੁਣੀਆਂ ਕਿ ਮੁੰਡਾ ਚੰਗਾ ਹੈ, ਤਾਂ ਉਸ ਆਪਣੀ ਮੰਮੀ ਨੂੰ ਇਹ ਕਹਿ ਦਿੱਤਾ ਕਿ ਵਿਆਹ ਕਰਾਵਾਂਗੀ ਤੇ ਇਸੇ ਨਾਲ ਕਰਾਵਾਂਗੀ, ਨਹੀਂ ਤੇ ਸਾਰੀ ਉਮਰ ਏਦਾਂ ਹੀ ਰਵਾਂਗੀ। ਯਾਰਾ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਦਿਲ ਕਰੇ ਉੱਡ ਕੇ ਰਾਣੀ ਕੋਲ ਆ ਜਾ, ਪਰ ਕਿਸਮਤ ਵਿੱਚ ਅਜੇ ਵਿਛੋੜੇ ਦੇ ਤੰਦੂਰ 'ਚ ਸੜਨਾ ਲਿਖਿਆ ਸੀ ਨਾ। ਦਿਲ ਇਹ ਵੀ ਕਹੇ, ਓਏ ਅਮੀਨ ਹੁਣ ਨਹੀਂ ਤੂੰ ਹਾਰਦਾ। ਹੁਣ ਅਮੀਨ ਦੇ ਕੰਨਾਂ 'ਚ ਕਦੇ ਹੀਰ ਦੇ ਬੋਲ ਗੂੰਜਦੇ, ਮੈਨੂੰ ਬਾਬਲੇ ਦੀ ਸਹੁੰ ਰੰਝ ਨਾ ਵੇ, ਮਰੇ ਮਾਉਣ ਜੇ ਤੁਧ ਥੀ ਮੁੱਖ ਮੋੜਾਂ, ਤੇਰੇ ਬਾਜ ਤੂੰ ਆਮ ਹਰਾਮ ਮੈਨੂੰ, ਤੁਧ ਬਾਜ ਨਾ ਨੈਣ ਨਾ ਅੰਗ ਜੋੜਾਂ। ਤੇ ਕਦੇ ਉਹ ਆਪ ਰਾਂਝਾ ਬਣਿਆ ਕੁੱਕਦਾ ਫਿਰਦਾ, ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਓ ਦਾ ਰੋਗ ਗਵਾਉਂਦਾ ਈ, ਭਲਾ ਦੱਸ ਖਾਂਚਰੀ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀ ਲਿਆਉਂਦਾ ਈ। ਯਾਰਾ ਮੇਰੀ ਹਾਲਤ ਅਜਿਹੀ ਹੋ ਗਈ ਸੀ ਕਿ ਮੈਂ ਕਿਸੇ ਪਲ ਵੀ ਗੋਰਖ ਦੇ ਟਿੱਲੇ ਜਾ ਬੈਠਦਾ, ਪਰ ਰਾਣੀ ਦੀ ਵਿਆਹ ਕਰਾਵਾਂਗੀ ਤੇ ਇਸੇ ਨਾਲ ਕਰਾਵਾਂਗੀ ਵਾਲੀ ਗੱਲ ਨੇ ਮੈਨੂੰ ਕੋਈ ਗਲਤ ਕਦਮ ਨਾ ਚੁੱਕਣ ਦਿੱਤਾ। ਮੈਂ ਫਿਰ ਕਈ ਖਤ ਜਹਾਂਗੀਰ ਨੂੰ ਲਿਖੇ, ਪਰ ਮੈਂ ਨਹੀਂ ਜਾਣਦਾ ਸੀ ਕਿ ਨਾ ਤਾਂ ਰਾਣੀ ਹੁਣ ਪਾਕਿਸਤਾਨ ਵਿੱਚ ਹੈ ਤੇ ਨਾ ਹੀ ਉਸ ਦਾ ਭਰਾ ਜਹਾਂਗੀਰ ਆਲਮ। ਰਾਣੀ ਤਾਂ ਹੁਣ ਇੰਗਲੈਂਡ ਰਹਿੰਦੀ ਸੀ। ਉਸ ਨੂੰ ਇੱਧਰ ਕਈ ਰਿਸ਼ਤੇ ਆਏ ਤੇ ਉਸ ਦੀ ਭਰਜਾਈ ਨੇ ਰਾਣੀ ਨੂੰ ਨਿੱਤ ਕਹਿਣਾ ਕਿ ਬਸ ਛੇਤੀ ਹੀ ਅਸਾਂ ਤੇਰਾ ਕਿਤੇ ਰਿਸ਼ਤਾ ਕਰ ਦੇਣਾ। ਰਾਣੀ ਵੀ ਧਾਰੀ ਬੈਠੀ ਸੀ ਕਿ ਵਿਆਹ ਤਾਂ ਅਮੀਨ ਨਾਲ ਹੀ ਕਰਾਉਣਾ ਹੈ। ਉਹ ਨਿੱਤ ਸੋਚਦੀ ਜਾ ਜਾਂਦੀ ਏ, ਜੇ ਇਹਨਾਂ ਨੂੰ ਕੋਈ ਮੁੰਡਾ ਪਸੰਦ ਆ ਗਿਆ ਫਿਰ ਇਹਨਾਂ ਮੇਰੀ ਕੋਈ ਗੱਲ ਨਹੀਂ ਸੁਣਨੀ, ਪਰ ਮੈਂ ਕਰਾਂ ਤੇ ਕੀ ਕਰਾਂ। ਉਸ ਇੱਕ ਦਿਨ ਹੌਸਲਾ ਕੀਤਾ ਤੇ ਅੱਬਾ ਨੂੰ ਕਹਿਣ ਲੱਗੀ, ਅੱਬਾ ਜਾਨ ਮੇਰੇ ਵਿੱਚ ਤੁਹਾਡੀ ਗੈਰਤ ਦਾ ਖੂਨ ਹੈ। ਮੈਂ ਨਾ ਕੋਈ ਅਜਿਹਾ ਕੰਮ ਕੀਤਾ ਹੈ ਤੇ ਨਾ ਕਰਨਾ ਹੈ ਜਿਸ ਨਾਲ ਤੁਹਾਡੀ ਇੱਜ਼ਤ ਤੇ ਕੋਈ ਹਰਫ ਆਏ। ਮੈਂ ਨਹੀਂ ਆਂਦੀ ਕਿ ਮੇਰੀ ਅਮੀਨ ਨਾਲ ਸ਼ਾਦੀ ਕਰਾਓ। ਅਗਰ ਉਹ ਮੇਰੇ ਨਾਲ ਸੱਚਾ ਇਸ਼ਕ ਕਰਦਾ ਹੈ ਤੇ ਇਸ ਵਿੱਚ ਮੇਰਾ ਕੀ ਕਸੂਰ ਹੈ। ਮੈਂ ਤੇ ਕੁਝ ਵੀ ਨਹੀਂ ਆਂਦੀ, ਪਰ ਤੁਸਾਂ ਜੇ ਕਿਤੇ ਹੋਰ ਮੇਰੀ ਸ਼ਾਦੀ ਕਰ ਦਿੱਤੀ ਤੇ ਉਹਨਾਂ ਮੇਰਾ ਮਾਜੀ ਫਰੋਲ ਲਿਆ ਤਾਂ ਮੈਂ ਕਿਵੇਂ ਆਪਣੀ ਪਾਕੀਜ਼ਗੀ ਸਾਬਤ ਕਰਾਂਗੀ। ਮੈਂ ਆਪਣੇ ਚਰਿੱਤਰ ਦੀ ਸਫਾਈ ਕਿਵੇਂ ਦੇਵਾਂਗੀ ਕਿ ਉਹ ਵਿਸ਼ਵਾਸ ਕਰ ਲੈਣ। ਕੌਣ ਮੇਰੇ ਤੇ ਵਿਸ਼ਵਾਸ ਕਰੇਗਾ। ਅੱਬਾ ਇੱਕ ਮਿਹਰਬਾਨੀ ਕਰ ਦਿਓ, ਮੇਰੀ ਸ਼ਾਦੀ ਕਿਤੇ ਨਾ ਕਰਿਓ, ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਕੱਲ ਨੂੰ ਕੋਈ ਮੇਰੇ ਮਾਜੀ ਨੂੰ ਫਰੋਲੇ ਤੇ ਮੇਰਾ ਤਲਾਕ ਹੋ ਜਾਏ। ਇਸ ਨਾਲੋਂ ਤਾਂ ਮੇਰਾ ਘਰ ਨਾ ਹੀ ਵਸਾਇਆ ਜੇ। ਅੱਬਾ ਜਾਨ ਉਹ ਘਰ ਕਿਉਂ ਵਸਾਇਆ ਜਾਏ ਜਿਸ ਦੇ ਮੁਸਤਕਬਲ ਦਾ ਪਹਿਲਾਂ ਹੀ ਇਲਮ ਹੋਵੇ। ਅੱਬਾ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗੇ, ਮੇਰਾ ਪੁੱਤ ਤੇਰੀ ਸ਼ਾਦੀ ਅਮੀਨ ਨਾਲ ਹੀ ਹੋਵੇਗੀ। ਫੇਰ ਰੱਬ ਡਾਢਾ ਮਿਹਰਬਾਨ ਹੋਇਆ ਤੇ ਇੰਜ ਰਾਣੀਏ ਅਮੀਨ ਗੁਲਾਮ ਹੋਇਆ। ਹੁਣ ਰਾਣੀ ਦੇ ਅੱਬਾ ਨੇ ਪਾਕਿਸਤਾਨ ਨੂੰ ਖਤ ਲਿਖਿਆ ਤੇ ਸਾਰਾ ਪਰਿਵਾਰ ਇੰਗਲੈਂਡ ਤੋਂ ਪਾਕਿਸਤਾਨ ਗਿਆ ਤੇ ਇੰਜ ਰਾਣੀ ਸਦਾ ਲਈ ਅਮੀਨ ਦੀ ਹੋ ਗਈ। ਅਮੀਨ ਸਾਹਿਬ ਦਾ ਇੱਕ ਪੁੱਤਰ ਹੈ ਜੋ ਵਕੀਲ ਹੈ ਤੇ 2 ਧੀਆਂ ਹਨ। ਇੱਕ ਦਿਨ ਮੈਂ ਅਮੀਨ ਸਾਹਿਬ ਨੂੰ ਪੁੱਛ ਬੈਠਾ, ਮਲਕ ਸਾਹਿਬ ਕਦੇ ਆਪਣੇ ਬਚਪਨ ਬਾਰੇ ਵੀ ਕੁਝ ਦੱਸ ਦਿਓ। ਤਾਂ ਕਹਿਣ ਲੱਗੇ, ਉਹ ਯਾਰਾ ਨਾ ਛੇੜ ਰਾਤ ਦੇ 11 ਵਜੇ, ਦਿਨ ਚੜ੍ਹਾਊਗਾ ਹੀ। ਮੇਰੀ ਕਹਾਣੀ ਸੁਣ ਕੇ ਤੂੰ ਤਾਂ ਭਾਵੇਂ ਸੌਂ ਜਾਏ, ਪਰ ਮੈਂ ਆਪਣੇ ਜ਼ਖਮ ਕੁਰੇਦ ਕੇ ਸੌਂ ਨਹੀਂ ਹੋ ਸਕਣਾ। ਤੇ ਫਿਰ ਮੇਰੇ ਜਵਾਬ ਦੀ ਉਡੀਕ ਵੀ ਨਾ ਕੀਤੀ ਤੇ ਅਮੀਨ ਉਧੜਨਾ ਸ਼ੁਰੂ ਹੋ ਗਿਆ। ਉਦੋਂ ਮੈਂ ਛੋਟਾ ਜਿਹਾ ਬਾਲ ਹੀ ਸਾਂ। ਇੱਕ ਦਿਨ ਸਟੇਸ਼ਨ ਤੇ ਭੀਖ ਮੰਗਣ ਡਿਆ ਸਾਂ। ਢਿੱਡ ਦੀ ਅੱਗ ਤੇ ਠਾਰ ਨਹੀਂ ਸੀ ਨਾ। ਪਤਾ ਨਹੀਂ ਕਿਉਂ ਰੇਲ ਗੱਡੀਆਂ ਨਾਲ ਮੈਨੂੰ ਡਾਢਾ ਇਸ਼ਕ ਸੀ। ਗੱਡੀ ਆਈ ਤੇ ਮੈਂ ਬੜੇ ਗੌਰ ਨਾਲ ਤੱਕ ਰਿਹਾ ਸਾਂ।
ਅਚਾਨਕ ਇਕਬਾਊ ਨੇ ਮੇਰੇ ਵੱਲ ਤੱਕਿਆ ਤੇ ਤੱਕੀ ਗਿਆ। ਮੈਂ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਕਿ ਸ਼ਾਇਦ ਮੈਨੂੰ ਕੁਝ ਦੇ ਦੇਵੇ। ਨਾਲੇ ਡਰਾਂ, ਪਤਾ ਨਹੀਂ ਕਿਉਂ ਇਹ ਅੱਖੜ ਜਿਹਾ ਦਿਸਦਾ ਬੰਦਾ ਮੇਰੇ ਵੱਲ ਤੱਕੀ ਜਾਂਦਾ ਹੈ। ਉਸ ਮੈਥੋਂ ਮੇਰਾ ਨਾਂ ਪੁੱਛਿਆ। ਮੈਂ ਡਰਦੇ ਡਰਦੇ ਕਿਹਾ, ਮਿੰਨਾ। ਲਾਡ ਨਾਲ ਮੈਨੂੰ ਇਸੇ ਨਾਮ ਨਾਲ ਬੁਲਾਉਂਦੇ ਸਨ। ਯਾਰਾ, ਲਾਡ ਗਰੀਬੀ ਵਿੱਚ ਵੀ ਤਾਂ ਹੁੰਦੇ ਨੇ ਨਾ। ਉਹ ਬੰਦਾ ਫਿਰ ਕਹਿਣ ਲੱਗਾ, ਓਏ ਤੇਰੀ ਅੰਮੀ ਦਾ ਕੀ ਨਾਂ ਹੈ? ਫਾਤਮਾ। ਤੋਂ ਉਹ ਇੱਕਦਮ ਬੋਲਿਆ, ਓਏ ਫਿਰ ਤਾਂ ਤੂੰ ਮੇਰਾ ਪੁੱਤਰ ਹੈ। ਉਸ ਮੈਨੂੰ ਫੜ ਲਿਆ ਤੇ ਮੈਂ ਰੋਣ ਲੱਗਾ। ਮੈਂ ਕਹਾ, ਨਹੀਂ ਨਹੀਂ, ਮੈਂ ਆਪਾ ਕੋਲ ਜਾਣਾ ਹੈ। ਮੇਰੇ ਨੇੜੇ ਖੇਡਦੇ ਬਾਲ ਦੌੜੇ ਦੌੜੇ ਮੇਰੀ ਆਪਾ ਕੋਲ ਗਏ ਤੇ ਉਸਨੂੰ ਦੱਸਿਆ ਕਿ ਮਿੰਨਾ ਨੂੰ ਕੋਈ ਬਾਊ ਫੜ ਕੇ ਲੈ ਗਿਆ। ਮੈਂ ਉੱਚੀ ਉੱਚੀ ਕੁਰਲਾਉਂਦਾ ਰਿਹਾ ਕਿ ਮੈਂ ਆਪਾ ਕੋਲ ਜਾਣਾ ਹੈ। ਉਹ ਆਪਾ ਜਿਸ ਮੈਨੂੰ ਔਖੇ ਵੇਲਿਆਂ ਸਾਂਭਿਆ। ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਇਹ ਚੌਧਰੀ ਮੇਰੀ ਅੰਮੀ ਦਾ ਖਾਵੰਦ ਏ ਤੇ ਇਸਨੇ ਮੇਰੀ ਅੰਮੀ ਨੂੰ ਤਲਾਕ ਦੇ ਛੱਡਿਆ ਸੀ। ਮੈਂ ਜਦੋਂ ਚੌਧਰੀ ਦੀਆਂ ਜ਼ਮੀਨਾਂ ਦੇਖੀਆਂ ਤਾਂ ਮੇਰੀਆਂ ਅੱਖਾਂ ਅੱਗੇ ਉਹ ਦਿਨ ਆ ਗਏ ਜਦੋਂ ਮੈਂ ਤੇ ਮੇਰੀ ਅੰਮੀ ਉਹਨਾਂ ਜ਼ਮੀਨਾਂ ਤੋਂ ਕਦੇ ਕਣਕ ਦੇ ਸਿੱਟੇ ਚੁਗਦੇ ਰਹੇ ਤੇ ਕਦੇ ਘਾਹ ਖੋਦਦੇ ਰਹੇ। ਜਿਹੜੀਆਂ ਜ਼ਮੀਨਾਂ ਦਾ ਮੈਂ ਵੀ ਵਾਰਸ ਸਾਂ, ਮੈਂ ਉਹਨਾਂ ਜ਼ਮੀਨਾਂ ਤੇ ਲੋਕਾਂ ਦੇ ਡੰਗਰ ਵੀ ਚਾਰਦਾ ਰਿਹਾ। ਉਹ ਸਭੇ ਜ਼ਮੀਨਾਂ ਮੇਰੇ ਪਿਓ ਦੀਆਂ ਸਨ ਤੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਅਸਲ ਵਿੱਚ ਚੌਧਰੀ ਸਾਹਿਬ ਨੇ ਮੇਰੀ ਅੰਮੀ ਨੂੰ ਤਲਾਕ ਦੇ ਛੱਡੀ ਸੀ ਤੇ ਮੈਂ ਇਕੱਲਾ ਹੀ ਅੰਮੀ ਕੋਲ ਰਹਿੰਦਾ ਸਾਂ। ਮੇਰੇ 7 ਭਰਾ ਸਨ ਤੇ ਮੈਂ ਸਭ ਤੋਂ ਛੋਟਾ ਸਾਂ। ਮੇਰੇ ਹਿੱਸੇ ਮਾਂ ਆਈ ਸੀ। ਫਿਰ ਪਾਕਿਸਤਾਨ ਬਣ ਗਿਆ। ਮੇਰੀ ਅੰਮੀ ਨੇ ਮੈਨੂੰ ਥੋੜੇ ਪੈਸੇ ਦੇ ਕੇ ਬੇੜੀ ਚਾੜ ਛੱਡਿਆ ਤਾਂ ਕਿ ਮੈਂ ਪਾਕਿਸਤਾਨ ਪਹੁੰਚ ਜਾਵਾਂ। ਮੈਂ ਅਜੇ ਬਾਲ ਸਾਂ, ਕੀ ਪਤਾ ਸੀ ਅੰਮੀ ਕੀ ਸੋਚ ਕੇ ਕੀ ਪਈ ਕਰਦੀ ਹੈ। ਮੈਂ ਜਦੋਂ ਸਮੁੰਦਰੋਂ ਪਾਰ ਆਇਆ ਤਾਂ ਡਾਢਾ ਡਰ ਗਿਆ। ਸਿਰਫ ਪਾਟਾ ਜਿਹਾ ਕੱਛਾ ਪਾਈ ਅੱਧ ਨੰਗਾ ਉੱਥੇ ਖੜਾ ਰੋਂਦਾ ਪਿਆ ਸਾਂ ਜਦੋਂ ਇੱਕ ਔਰਤ ਨੂੰ ਮੇਰੇ ਤੇ ਤਰਸ ਆ ਗਿਆ ਤੇ ਉਹ ਮੈਨੂੰ ਆਪਣੇ ਨਾਲ ਲੈ ਗਈ। ਉਸ ਔਰਤ ਦੇ ਪਿੰਡ ਦਾ ਨਾਮ ਸ਼ੱਕਰਗੜ੍ਹ ਸੀ। ਜੇ ਹੁਣ ਉਸ ਪਿੰਡ ਬਾਰੇ ਪੁੱਛੇ ਤਾਂ ਦੱਸ ਸਕਦਾ ਕਿ ਬੇਇੰਤਹਾ ਗਰੀਬੀ ਸੀ ਉਸ ਪਿੰਡ ਵਿੱਚ। ਉਦੋਂ ਤਾਂ ਮੈਂ ਬਾਲ ਸਾਂ, ਇਹਨਾਂ ਗੱਲਾਂ ਦਾ ਇਲਮ ਹੀ ਨਹੀਂ ਸੀ। ਬਸ ਉਸ ਔਰਤ ਦਾ ਘਰ ਲੈ ਜਾਣਾ ਹੀ ਮੇਰੇ ਲਈ ਗਨੀਮਤ ਸੀ। ਉਹ ਮੰਗ ਕੇ ਗੁਜ਼ਾਰਾ ਕਰਦੀ ਸੀ ਤੇ ਮੈਂ ਵੀ ਮੰਗਣ ਲੱਗ ਪਿਆ। ਦਰ ਦਰ ਜਾਣਾ ਤੇ ਮੰਗਣਾ ਤੇ ਜੋ ਮਿਲ ਜਾਣਾ ਉਸੇ ਨਾਲ ਘਰ ਦਾ ਗੁਜ਼ਾਰਾ ਚਲਾ ਲੈਣਾ। ਮੈਂ ਉਸਨੂੰ ਆਪਾ ਕਿਹਾ ਕਰਦਾ ਸਾਂ। ਪਰ ਚੌਧਰੀ ਜੋ ਮੇਰਾ ਅੱਬਾ ਸੀ ਹੁਣ ਸਟੇਸ਼ਨ ਤੋਂ ਮੈਨੂੰ ਘਰ ਲੈ ਆਇਆ। ਬਾਅਦ ਵਿੱਚ ਮੇਰੀ ਅੰਮੀ ਵੀ ਆ ਗਈ ਤੇ ਅੱਬਾ ਨੇ ਮੇਰੀ ਆਪਾ ਨੂੰ ਵੀ ਲਿਆਂਦਾ। ਆਪਾ ਅਜੇ ਜਵਾਨ ਸੀ। ਮੇਰੇ ਅੱਬਾ ਨੇ ਬਾਅਦ ਵਿੱਚ ਉਸ ਦਾ ਵਿਆਹ ਵੀ ਕਰ ਦਿੱਤਾ। ਮੈਂ ਆਪਣੀ ਆਪਾ ਨੂੰ ਕਦੇ ਨਾ ਭੁਲਾ ਸਕਿਆ। ਡਾਢਾ ਖਿਆਲ ਰੱਖਦੀ ਸੀ ਮੇਰਾ। ਜਦੋਂ ਮੈਂ ਭੀਖ ਮੰਗਣ ਜਾਣਾ ਤਾਂ ਕਦੇ ਕਦੇ ਲੋਕਾਂ ਮੈਨੂੰ ਫੜ ਕੇ ਮੇਰੀ ਬਾਂਹ ਤੇ ਆਪਣੀ ਸਿਗਰਟ ਲਾ ਦੇਣੀ। ਸੜੀ ਹੋਈ ਬਾਂਹ ਲਈ ਜਦ ਮੈਂ ਆਪਾ ਕੋਲ ਆਉਣਾ ਤਾਂ ਆਪਾ ਨੇ ਭਰੀਆਂ ਅੱਖਾਂ ਨਾਲ ਮੇਰੇ ਵੱਲ ਤੱਕਣਾ ਤੇ ਫਿਰ ਉਸ ਜ਼ਖਮਾਂ ਤੇ ਕੁਝ ਲਾ ਦਿਆ ਕਰਨਾ। ਕਦੇ ਕਦੇ ਮੈਨੂੰ ਖੰਘ ਲੱਗ ਜਾਣੀ ਤੇ ਉਸ ਕੁਝ ਹੋਰ ਓੜ ਪੋੜ ਕਰਨਾ। ਮੈਨੂੰ ਉਹਦੀਆਂ ਇਹ ਹਰਕਤਾਂ ਡਾਢੀਆਂ ਭਾਉਂਦੀਆਂ ਸਨ। ਮੈਨੂੰ ਉਹ ਮੇਰੀ ਅੰਮੀ ਜਿਹੀ ਲੱਗਦੀ। ਮੇਰੀ ਬਾਂਹ ਸਾੜ ਕੇ ਲੋਕਾਂ ਖੁਸ਼ ਹੋਣਾ, ਪਰ ਮੈਨੂੰ ਸੜੇ ਹੋਏ ਦੀ ਪੀੜ ਵਿੱਚੋਂ ਵੀ ਆਰਾਮ ਜਿਹਾ ਮਿਲਣਾ, ਜਿਵੇਂ ਮੇਰੀ ਅੰਮੀ ਨੇ ਚੁੱਕ ਕੇ ਮੈਨੂੰ ਛਾਤੀ ਨਾਲ ਲਾ ਲਿਆ ਹੋਵੇ। ਜਦੋਂ ਮੇਰਾ ਰਾਣੀ ਨਾਲ ਵਿਆਹ ਹੋ ਗਿਆ ਤਾਂ ਮੈਂ ਰਾਣੀ ਨੂੰ ਨਾਲ ਲੈ ਕੇ ਆਪਾ ਕੋਲ ਗਿਆ। ਡਾਢੇ ਚਾਅ ਨਾਲ ਮਿਲੀ ਸੀ ਉਹ ਰਾਣੀ ਨੂੰ। ਇੱਕ ਵਾਰ ਮੈਂ ਮਲਕ ਸਾਹਿਬ ਨੂੰ ਲੈਸਟਰ ਹੋਣ ਵਾਲੇ ਕਵੀ ਦਰਬਾਰ ਵਿੱਚ ਸੱਦ ਭੇਜਿਆ। ਉਹਨਾਂ ਦਿਨਾਂ ਵਿੱਚ ਮੈਂ ਲੈਸਟਰ ਲਾਇਬ੍ਰੇਰੀਆਂ ਦੇ ਵਿੱਚ ਕੰਮ ਕਰਦਾ ਸੀ ਤੇ ਹਰ ਮਹੀਨੇ ਲਾਇਬ੍ਰੇਰੀ ਵਿੱਚ ਮਹਿਫਲੇ ਸ਼ਾਇਰੀ ਨਾਮ ਦੇ ਹੇਠ ਬਹੁਭਾਸ਼ੀ ਕਵੀ ਦਰਬਾਰ ਲਗਾਇਆ ਕਰਦਾ ਸਾਂ। ਅਸੀਂ ਉਸ ਕਵੀ ਦਰਬਾਰ ਨੂੰ YouTube ਤੇ ਵੀ ਪਾਇਆ ਕਰਦੇ ਸਾਂ। ਇਹ ਗੱਲ 2006-2007 ਦੀ ਹੈ। ਉਦੋਂ ਅਜੇ YouTube ਇੰਨੀ ਮਸ਼ਹੂਰ ਵੀ ਨਹੀਂ ਸੀ ਹੋਈ। ਮਲਕ ਸਾਹਿਬ ਕਵੀ ਦਰਬਾਰ ਵਿੱਚ ਆਪਣੀ ਬੇਗਮ ਰਾਣੀ ਮਲਕ ਤੇ ਨਾਲ ਹੀ ਆਪਣੇ ਇੱਕ ਹੋਰ ਅਜ਼ੀਜ਼ ਦੋਸਤ ਅਮਜਦ ਮਿਰਜ਼ਾ ਸਾਹਿਬ ਨੂੰ ਲੈ ਕੇ ਆਏ। ਕਵੀ ਦਰਬਾਰ ਦਾ ਰੱਜ ਕੇ ਲੁਤਫ ਉਠਾਇਆ ਮਲਕ ਸਾਹਿਬ ਨੇ। ਉਹਨਾਂ ਦੀ ਉੱਥੇ ਬੋਲੀ ਹੋਈ ਕਵਿਤਾ ਅਜੇ ਵੀ YouTube ਤੇ ਮੈਂ ਕਈ ਵਾਰ ਸੁਣਦਾ ਹਾਂ। ਰਾਣੀ ਮਲਕ ਜੀ ਨੇ ਵੀ ਉਸ ਦਿਨ ਇੱਕ ਕਵਿਤਾ ਪੜ੍ਹੀ, ਉਹ ਵੀ YouTube ਤੇ ਹੈ। ਮੈਨੂੰ ਯਾਦ ਹੈ ਉਸ ਦਿਨ ਮੇਰਾ ਅਜ਼ੀਜ਼ ਦੋਸਤ ਜਦੋਂ ਅਜਮੇਰ ਮੁਸਾਫਰ ਕਵਿਤਾ ਪੜ੍ਹ ਕੇ ਸਟੇਜ ਤੋਂ ਥੱਲੇ ਉਤਰਿਆ ਤਾਂ ਅਮੀਨ ਸਾਹਿਬ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਫਿਰ ਪੁੱਛਣ ਲੱਗੇ, ਯਾਰ ਇਹ ਤੇ ਦੱਸ ਤੇਰੇ ਅੰਦਰ ਕੀ ਅੱਗ ਬਲਣ ਡਈ ਏ? ਕਵਿਤਾ ਵਿੱਚ ਇਹ ਦਰਦ ਤਾਂ ਕਿਸੇ ਅੱਗ ਦਾ ਭਾਂਬੜ ਹੀ ਹੋ ਸਕਦਾ ਹੈ। ਇੱਕ ਦਿਨ ਮੇਰੇ ਇੱਕ ਹੋਰ ਅਜ਼ੀਜ਼ ਦੋਸਤ ਬਿੰਦਰ ਭੋਗਪੁਰੀ ਦੀਆਂ ਕਵਿਤਾਵਾਂ ਤੇ ਟਿੱਪਣੀ ਕਰਦਿਆਂ ਮੈਨੂੰ ਕਹਿਣ ਲੱਗੇ, ਇੰਦਰਜੀਤ ਯਾਰ, ਲਿਖਤ ਤਾਂ ਇਹਦੀ ਠੀਕ ਹੀ ਹੁੰਦੀ ਹੈ ਪਰ ਕਵਿਤਾ ਦਾ ਵਿਚਾਰ ਬੜਾ ਪੁਖਤਾ ਹੁੰਦਾ ਹੈ। ਮੈਨੂੰ ਅਮੀਨ ਸਾਹਿਬ ਦੀਆਂ ਕਵਿਤਾਵਾਂ ਨਾਲੋਂ ਕਹਾਣੀਆਂ ਵੱਧ ਦਿਲਚਸਪ ਲੱਗੀਆਂ, ਪਰ ਗੱਲਾਂ ਕਹਾਣੀਆਂ ਤੋਂ ਕਿਤੇ ਵੱਧ। ਇੱਕ ਵਾਰ ਅਮੀਨ ਸਾਹਿਬ ਦਾ ਫੋਨ ਆਇਆ ਤੇ ਉਹ ਬੜੇ ਦੁਖੀ
ਮੈਂ ਕਿਹਾ ਮਲਕ ਸਾਹਿਬ ਕੀ ਹੋ ਗਿਆ ਹੈ? ਔਰ ਯਾਰ ਮਾਂ ਦੀ ਜਾਵੇ ਮੈਨੂੰ ਕਹਿੰਦੇ ਤੈਨੂੰ ਪਾਰਲੀਮੈਂਟ ਵਿੱਚ ਇਨਾਮ ਦੇਣਾ ਹੈ। ਮੈਂ ਇਹ ਤਾਂ ਸਮਝ ਗਿਆ ਸੀ ਕਿ ਕੋਈ ਪੰਗਾ ਪਿਆ ਹੋਣਾ ਤੇ ਮੈਂ ਮਜ਼ਾਕੀਆ ਲਹਿਜੇ ਵਿੱਚ ਵਧਾਈ ਦਿੰਦੇ ਹੋਏ ਕਿਹਾ, ਇਨਾਮ ਦੇ ਰਹੇ ਸੀ, ਹੋਰ ਤੁਹਾਨੂੰ ਵੜੇਵੇਂ ਚਾਹੀਦੇ ਸੀ? ਉਹ ਯਾਰ ਵਿੱਚੇ ਚਵਲਾ ਨਾ ਮਾਰ, ਮੈਨੂੰ ਗੱਲ ਕਰਨ ਦੇ। ਮੈਂ ਚੁੱਪ ਕਰ ਗਿਆ ਤੇ ਉਹ ਸਾਰੀ ਕਹਾਣੀ ਸੁਣਾ ਛੱਡੀ। ਕਿਸੇ ਪੰਜਾਬੀ ਸੰਸਥਾ ਨੇ ਫੋਨ ਕਰਕੇ ਮਲਕ ਸਾਹਿਬ ਨੂੰ ਕਿਹਾ ਸੀ ਬਈ ਤੁਹਾਨੂੰ ਪ੍ਰਮਾਣ ਪੱਤਰ ਦੇਣਾ ਹੈ ਪਾਰਲੀਮੈਂਟ ਹਾਊਸ ਵਿੱਚ, ਉੱਥੇ ਆ ਜਾਇਓ। ਅਮੀਨ ਸਾਹਿਬ ਬੱਸ ਫੜ ਕੇ ਆਪਣੀ ਬੇਗਮ ਰਾਣੀ ਜੀ ਨੂੰ ਨਾਲ ਲੈ ਕੇ ਧੱਕੇ ਖਾਂਦੇ ਉੱਥੇ ਪੁੱਜੇ। ਅੱਗੇ ਨਾ ਕੋਈ ਚਾਹ ਨਾ ਪਾਣੀ, ਉਹਨਾਂ ਇੱਕ ਕਾਗਜ਼ ਦਾ ਪੁਰਜਾ ਦੇ ਕੇ ਵਾਪਸ ਤੋਰ ਦਿੱਤਾ। ਇੱਕ ਵਾਰ ਮੈਨੂੰ ਫੋਨ ਕਰਕੇ ਕਹਿੰਦੇ, ਯਾਰ ਮੈਂ ਤੇਰੇ ਨਾਲ ਡਾਢਾ ਨਾਰਾਜ਼ ਹਾਂ। ਮੈਂ ਅਜੇ ਕੁਝ ਕਹਿੰਦਾ ਪਹਿਲੇ ਹੀ ਬੋਲ ਪਏ, ਮੈਨੂੰ ਪਤਾ ਲੱਗਾ ਤੂੰ ਕੋਈ ਕਿਤਾਬ ਲਿਖੀ ਹੈ, 6-7 ਮਹੀਨੇ ਹੋ ਗਏ ਨੇ। ਮੈਂ ਕਿਹਾ ਹਾਂਜੀ ਲਿਖੀ ਤਾਂ ਹੈ। ਨਾ ਤੇਰਾ ਫਰਜ਼ ਨਹੀਂ ਬਣਦਾ ਸੀ ਕਿ ਮੈਨੂੰ ਵੀ ਦੱਸੇ? ਮੈਂ ਤਾਂ ਸਮਝਦਾ ਸੀ ਤੂੰ ਮੇਰਾ ਯਾਰ ਹੈ, ਹੁਣ ਬਾਹਰੋਂ ਪਤਾ ਲੱਗਿਆ ਹੈ। ਯਾਰ ਬੜੀ ਦਿਲ ਨੂੰ ਨਮੋਸ਼ੀ ਹੋਈ ਹੈ ਕਿ ਮੈਨੂੰ ਪਤਾ ਹੀ ਨਹੀਂ ਸੀ। ਮੈਂ ਝੇਂਪਦੇ ਹੋਏ ਕਿਹਾ, ਅਮੀਨ ਸਾਹਿਬ 56 ਸਾਲ ਦੀ ਉਮਰ ਵਿੱਚ ਤੁਸੀਂ ਲਿਖਣਾ ਸ਼ੁਰੂ ਕੀਤਾ। ਅੱਜ ਹਜ਼ਾਰਾਂ ਪਾਠਕ ਤੁਹਾਡੀ ਲੇਖਣੀ ਦੇ ਆਸ਼ਿਕ ਨੇ। ਕਈ ਰੋਜ਼ਾਨਾ ਅਖਬਾਰਾਂ ਵਿੱਚ ਤੁਸੀਂ ਕਿੰਨੇ ਵਰਿਆਂ ਤੋਂ ਲਗਾਤਾਰ ਛਪ ਰਹੇ ਹੋ। ਕਈ ਕਿਤਾਬਾਂ ਲਿਖੀਆਂ, ਕਿੰਨੇ ਪ੍ਰਮਾਣ ਪੱਤਰ ਤੇ ਇਨਾਮ ਤੁਸੀਂ ਹਾਸਲ ਕੀਤੇ। ਜਨਾਬ, ਜਿਸ ਮੁਕਾਮ ਤੇ ਤੁਸੀਂ ਅੱਜ ਹੋ ਅਤੇ ਜਿੰਨਾ ਕੁ ਮੈਂ ਤੁਹਾਡੀ ਲੇਖਣੀ ਦਾ ਸ਼ੋਧਾਈ ਹਾਂ, ਉਸ ਹਿਸਾਬ ਨਾਲ ਮੈਨੂੰ ਲੱਗਿਆ ਕਿ ਇਹ ਛੋਟੀ ਜਿਹੀ ਗੱਲ ਤੁਹਾਨੂੰ ਕੀ ਦੱਸਾਂ, ਬਸ ਮੇਰਾ ਹੌਸਲਾ ਹੀ ਨਹੀਂ ਪਿਆ। ਅਮੀਨ ਸਾਹਿਬ ਕੁਝ ਪਲ ਚੁੱਪ ਕਰ ਗਏ ਤੇ ਫਿਰ ਕਹਿਣ ਲੱਗੇ, ਯਾਰ ਤੂੰ ਤਾਂ ਮੈਨੂੰ ਬਹੁਤ ਉੱਚਾ ਕਰ ਛੱਡਿਆ ਹੈ। ਚੰਗਾ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦਾ ਹੈ। ਤੇਰਾ ਮਤਲਬ ਹੈ ਕੋਈ ਨਵਾਂ ਗਾਉਣ ਲੱਗੇ ਉਹ ਮੁਹੰਮਦ ਰਫੀ ਨੂੰ ਥੋੜਾ ਜਾ ਕੇ ਕਹੇਗਾ ਮੇਰਾ ਗਾਣਾ ਸੁਣੋ, ਕਿਉਂਕਿ ਮੁਹੰਮਦ ਰਫੀ ਤਾਂ ਉਸ ਲਈ ਉਸਦਾ ਰੱਬ ਹੋਵੇਗਾ। ਚੱਲ ਮੇਰੀ ਨਾਰਾਜ਼ਗੀ ਖਤਮ ਹੋ ਗਈ ਹੈ, ਤੂੰ ਉਹ ਕਿਤਾਬ ਮੈਨੂੰ ਭੇਜ, ਮੈਂ ਪੜ੍ਹਨੀ ਚਾਹੁੰਦਾ। ਮੈਂ ਕਿਹਾ ਮਲਕ ਸਾਹਿਬ ਸਵੇਰੇ ਹੀ ਪਾਰਸਲ ਕਰਾ ਦਿਆਂਗਾ। ਫਿਰ ਲਗਭਗ 15 ਦਿਨ ਬਾਅਦ ਰਾਤ ਨੂੰ 10 ਵਜੇ ਫੋਨ ਦੀ ਘੰਟੀ ਵੱਜੀ। ਸਮੇਂ ਦੇ ਹਿਸਾਬ ਨਾਲ ਮੈਂ ਸਮਝ ਗਿਆ ਸੀ ਮਲਕ ਸਾਹਿਬ ਆ ਗਏ ਨੇ। ਆਉਂਦਿਆਂ ਹੀ ਕਹਿਣ ਲੱਗੇ, ਮੈਂ ਤੇਰੀ ਕਿਤਾਬ ਪੜ੍ਹ ਲਈ ਏ, ਸੋਹਣਾ ਲਿਖਿਆ ਏ ਤੂੰ, ਦਿਲ ਖੁਸ਼ ਹੋ ਗਿਆ ਏ। ਅਗਲੀ ਕਿਤਾਬ ਦਾ ਮੁੱਖ ਬੰਦ ਮੈਂ ਲਿਖਾਂਗਾ। ਇਸ ਗੱਲ ਦਾ ਸਦਾ ਅਫਸੋਸ ਰਹੇਗਾ ਕਿ ਅਜੇ ਅਗਲੀ ਕਿਤਾਬ ਲਿਖੀ ਨਹੀਂ ਸੀ ਤੇ ਮਲਕ ਸਾਹਿਬ ਤੁਰ ਗਏ। ਚੱਲ ਮਨਾ ਹੁਣ ਚੁੱਕ ਲੈ ਡਫਲੀ, ਹੋਰ ਕਿਤੇ ਹੁਣ ਚਲੀਏ। ਵਰਿਆਂ ਗਾਇਆ ਇਸ ਚੌਖਟ ਤੇ ਨਵਾਂ ਦੁਬਾਰਾ ਮਲੀਏ। ਚੱਲ ਮਨਾ ਹੁਣ ਚੁੱਕ ਲੈ ਡਫਲੀ, ਹੋਰ ਕਿਤੇ ਹੁਣ ਚਲੀਏ। ਚੱਲ ਮਨਾ ਹੁਣ ਚੁੱਕ ਲੈ ਡਫਲੀ, ਹੋਰ ਕਿਤੇ ਹੁਣ ਚਲੀਏ। ਚੱਲ ਮਨਾ ਹੁਣ ਚੁੱਕ ਲੈ ਡਫਲੀ।